ਇਸ ਮਕਾਮ ਨੂੰ ਪਾਉਣ ਵਾਸਤੇ ਕਮ ਸੇ ਕਮ 30 ਸਾਲ ਦਾ ਅਰਸਾ ਲੱਗ ਗਿਆ, ਕਿਉਂਕਿ ਉਹਨਾਂ ਕੋਲੋਂ ਵੀ ਇਹ ਗਲਤੀ ਹੋਈ ਸੀ। ਤੇ ਦੋਸਤੋ, ਤੁਹਾਨੂੰ ਅਗਰ ਸਮਝ ਆ ਗਈ ਹੈ ਤੇ ਤੁਸੀਂ ਕੋਸ਼ਿਸ਼ ਕਰਿਆ ਜੇ ਕਿ ਇਹ ਗਲਤੀ ਨਾ ਕਰਿਆ ਜੇ, ਕਿਉਂਕਿ ਜਦੋਂ ਵਿਰਾਸਤੀ ਜਾਇਦਾਦ ਵਿਕ ਜਾਂਦੀ ਹੈ ਤੇ ਦੁਬਾਰਾ ਨਹੀਂ ਜੇ ਬਣਦੀ। ਸਮਝ ਜਾਓ ਇਸ ਗੱਲ ਨੂੰ ਕਿ ਇਹ ਜਿਹੜੀ ਮਿਸਾਲ ਬਣੀ ਹੈ, ਇਹ ਕਿਉਂ ਬਣੀ ਹੈ ਔਰ ਇਹ ਹਕੀਕਤ ਜੇ ਇੱਕ ਤੁਹਾਡੇ ਨਾਲ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਣ ਲੱਗੇ ਨੇ ਤੇ ਸਮਝ ਜਾਓ ਵਿਰਾਸਤੀ ਜਾਇਦਾਦ ਜਿਹੜੀ ਜੇ ਉਹ ਵਿਕ ਤੇ ਬੜੀ ਆਸਾਨੀ ਨਾਲ ਜਾਂਦੀ ਜੇ, ਲੇਕਿਨ ਦੁਬਾਰਾ ਬਣਦੀ ਨਹੀਂ ਜੇ। ਬਿਸਮਿल्लाहिर्रहमानिर्रहीम। ਦੋਸਤੋ अस्सलाम वालेकुम। ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਸਿਹਤ ਤੇ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇਵੇ। ਅੱਲਾਹ ਤਾਲਾ ਤੁਹਾਡੇ ਘਰਾਂ ਦੇ ਵਿੱਚ ਖੁਸ਼ੀਆਂ ਦੇ ਡੇਰੇ ਪਾ ਦੇਵੇ। ਆਮੀਨ ਸੁਮਾ ਆਮੀਨ। ਦੋਸਤੋ, ਅੱਜ ਮੈਂ ਜਿਸ ਮੌਜੂ ਤੇ ਤੁਹਾਡੇ ਨਾਲ ਗੱਲ ਕਰਨ ਲੱਗਾ, ਕੋਈ ਮੌਜੂ ਸਮਝ ਨਹੀਂ ਸੀ ਆ ਰਿਹਾ ਕਿ ਕਿਹਦੇ ਤੇ ਤੁਹਾਡੇ ਨਾਲ ਲਬਕੁਸ਼ਾਈ ਕੀਤੀ ਜਾਏ, ਕਿਹੜੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣ। ਲੇਕਿਨ ਜਿਸ ਤਰ੍ਹਾਂ ਹੀ ਆ ਕੇ ਮੈਂ ਇੱਕ ਜਗ੍ਹਾ ਤੇ ਬੈਠਾ, ਇਹ ਬੈਗ ਤੇ ਤੁਹਾਨੂੰ ਬੜੇ ਖੂਬਸੂਰਤ ਦਰਖਤ ਨਜ਼ਰ ਆ ਰਹੇ ਨੇ ਔਰ ਇਹਨਾਂ ਦੇ ਪੱਤੇ ਵੀ ਸਰਸਬਜ਼ ਸ਼ਾਦਾਬ ਨੇ ਔਰ ਇਹਨਾਂ ਦੇ ਵਿੱਚੋਂ ਸੂਰਜ ਦੀਆਂ ਕਿਰਨਾਂ ਜਿਹੜੀਆਂ ਨੇ ਨਾ, ਉਹ ਸਾਡੇ ਤੱਕ ਪਹੁੰਚ ਰਹੀਆਂ ਨੇ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਕਿ ਸਾਡੇ ਚੈਨਲ ਤੇ ਅਗਰ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਔਰ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ, ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਤੇ ਦੋਸਤੋ, ਅੱਜ ਜਿਸ ਮਸਲੇ ਦੇ ਉੱਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹ ਰਿਹਾ ਵਾਂ, ਉਹ ਸਾਡੇ ਦੇ ਵਿੱਚ ਆਮ ਮਸਲਾ ਹੈ। ਉਹ ਮਸਲਾ ਕੀ ਹੈ? ਉਹ ਮਸਲਾ ਇਹ ਵੇ ਕਿ ਜਦੋਂ ਘਰ ਦਾ ਕੋਈ ਵੱਡਾ ਵਡੇਰਾ ਦੁਨੀਆ ਤੋਂ ਚਲਾ ਜਾਂਦਾ ਤੇ ਪਿੱਛੇ ਜਿਹੜੀ ਔਲਾਦ ਹੁੰਦੀ ਹੈ, ਉਹਨੂੰ ਅਗਰ ਉਹ ਵਿਰਾਸਤ ਦੇ ਵਿੱਚ ਜਾਇਦਾਦ ਦੇ ਕੇ ਜਾਂਦਾ ਹੈ ਤੇ ਉਸ ਔਲਾਦ ਦੀ ਆਪਸ ਵਿੱਚ ਵੰਡੀਆਂ ਪਾਉਣ ਦੀ ਸ਼ਕਲ ਵਿੱਚ ਇਹ ਕੋਸ਼ਿਸ਼ ਹੁੰਦੀ ਹੈ ਕਿ ਇਸ ਜਾਇਦਾਦ ਨੂੰ ਵੇਚੀਏ ਔਰ ਆਪਣਾ ਆਪਣਾ ਹਿੱਸਾ ਲਈਏ। ਜਦੋਂ ਇਹ ਕੰਮ ਕਰ ਲੈਂਦੇ ਨੇ ਤੇ ਫਿਰ ਕੀ ਹੁੰਦਾ? ਉਸ ਤੋਂ ਬਾਅਦ ਇਹ ਹੁੰਦਾ ਕਿ ਉਹ ਕਿਰਾਇਆਂ ਤੇ ਖੱਜਲ ਹੋਣਾ ਸ਼ੁਰੂ ਹੋ ਜਾਂਦੇ ਨੇ। ਜਦੋਂ ਕਿਰਾਇਆ ਤੇ ਖੱਜਲ ਹੁੰਦੇ ਨੇ ਤੇ ਫਿਰ ਉਹਨਾਂ ਨੂੰ ਉਹ ਗੱਲਾਂ ਯਾਦ ਆਉਂਦੀਆਂ ਨੇ ਜਿਹੜੀਆਂ ਗੱਲਾਂ ਉਹਨਾਂ ਦੇ ਹਮਦਰਦ ਵਿਰਾਸਤੀ ਜਾਇਦਾਦ ਵੇਚਣ ਤੋਂ ਪਹਿਲਾਂ ਉਹਨਾਂ ਨੂੰ ਸਮਝਾਉਂਦੇ ਨੇ ਔਰ ਕਰਦੇ ਨੇ ਉਹਨਾਂ ਨਾਲ। ਉਹ ਗੱਲਾਂ ਕੀ ਸਮਝਾਉਂਦੇ ਨੇ ਕਿ ਜਿਹੜਾ ਬੰਦਾ ਆਪਣੇ ਵਾਲਦੈਨ ਦੀ ਦਿੱਤੀ ਹੋਈ ਜਾਇਦਾਦ ਦੁਨੀਆ ਤੋਂ ਜਾਣ ਤੋਂ ਬਾਅਦ ਉਹਨਾਂ ਦੇ ਉਹ ਵਾਰਸ ਬਣਦੇ ਨੇ ਤੇ ਉਹ ਜਾਇਦਾਦ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਵੱਢਣ ਨੂੰ ਪੈਂਦੀ ਹੈ। ਉਹਨਾਂ ਦੀ ਹਰ ਮੁਮਕਿਨ ਕੋਸ਼ਿਸ਼ ਹੁੰਦੀ ਹੈ ਕਿ ਇਹਨੂੰ ਵੇਚੀਏ ਤੇ ਆਪਣੇ ਹਾਲਾਤ ਸਿੱਧੇ ਕਰਨ ਦੀ ਕੋਸ਼ਿਸ਼ ਕਰੀਏ। ਲੇਕਿਨ ਜਿਸ ਤਰ੍ਹਾਂ ਹੀ ਉਹ ਵਿਕਦੀ ਹੈ, ਉਹ ਹਾਲਾਤ ਸਿੱਧੇ ਹੋਣ ਦੇ ਬਜਾਏ ਅਬਤਰ ਹੋ ਜਾਂਦੇ ਨੇ। ਉਹਦੀਆਂ ਚੰਦ ਇੱਕ ਮਿਸਾਲਾਂ ਮੈਂ ਤੁਹਾਨੂੰ ਦੱਸਣਾ ਵਾਂ ਕਿ ਇੱਕ ਸਾਡਾ ਇੱਕ ਮਿਲਣ ਵਾਲਾ ਸੀ, ਉਹਨੇ ਜਨਾਬ ਉਹ ਜਾਇਦਾਦ ਵੇਚੀ ਔਰ ਲੜ ਭਿੜ ਕੇ ਵੇਚੀ ਤੇ ਉਹਨੂੰ ਉਹਦੇ ਰਿਸ਼ਤੇਦਾਰ ਅਜ਼ੀਜ਼ੋ ਅਕਾਰਬ ਔਰ ਦੋਸਤ ਜਿਹੜੇ ਹਨ ਹਮਦਰਦ ਬੜੀ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ ਕਿ ਵਿਰਾਸਤ ਵਿਕਿਆ, ਦੁਬਾਰਾ ਜਾਇਦਾਦ ਨਹੀਂ ਜੇ ਬਣਦੀ। ਤੇ ਉਹਨੇ ਆਖਿਆ ਕਿ ਮੈਂ ਦੇਖੋ ਇੰਨੇ ਦੀ ਵੇਚ ਲੈਣੀ ਹੈ ਤੇ ਅੱਗੋਂ ਮੈਂ ਇੰਝ ਕਰ ਲੈਣਾ, ਉਹ ਕਰ ਲੈਣਾ, ਮਤਲਬ ਕਈ ਕਿਸਮ ਦੀਆਂ ਮਿਸਾਲਾਂ ਦਿੰਦਾ ਸੀ। ਲੇਕਿਨ ਸਮਝਾਉਣ ਵਾਲੇ ਥੱਕ ਹਾਰ ਕੇ ਟੁਰ ਜਾਂਦੇ ਸਨ ਤੇ ਲੇਕਿਨ ਉਹ ਨਹੀਂ ਸੀ ਸਮਝਦਾ। ਜਦੋਂ ਜਾਇਦਾਦ ਵਿਕ ਗਈ ਤੇ ਉਹ ਜਿੰਨੇ ਦੀ ਵਿਕੀ ਤੇ ਉਹਦੇ ਵਿੱਚੋਂ ਕੋਈ 2-4 ਲੱਖ ਰੁਪਈਆ ਉਹਦੇ ਜਿਹੜੇ ਬੜੇ ਕਰੀਬੀ ਸਨ, ਰਿਸ਼ਤੇਦਾਰ, ਸਸੁਰਾਲੀਏ ਜਾਂ ਕੋਈ ਵੀ, ਉਹ ਆਏ। ਕੋਈ 50,000 ਲੈ ਗਿਆ, ਕੋਈ ਲੱਖ ਲੈ ਗਿਆ, ਕੋਈ 2 ਲੱਖ ਲੈ ਗਿਆ, ਹੀਲੇ ਬਹਾਨੇ ਦੇ ਨਾਲ। ਤੇ ਉਹ ਉਹਦੇ ਕੋਲ ਪੈਸੇ ਘੱਟ ਗਏ ਔਰ ਬਾਕੀ ਦੇ ਪੈਸੇ ਇੰਨੇ ਬਚੇ ਕਿ ਜਿਹਦੇ ਨਾਲ ਉਹ ਦੁਬਾਰਾ ਕੋਈ ਪਲਾਟ ਨਹੀਂ ਸੀ ਲੈ ਸਕਦਾ, ਮਕਾਨ ਨਹੀਂ ਸੀ ਲੈ ਸਕਦਾ। ਤੇ ਫਿਰ ਉਹਦੀ ਜ਼ਿੰਦਗੀ ਅਗਲੀ ਸ਼ੁਰੂ ਹੋ ਗਈ ਕਿਰਾਇਆਂ ਤੇ ਖੱਜਲ ਹੋਣ ਦੀ। ਜਦੋਂ ਕਿਰਾਇਆ ਤੇ ਖੱਜਲ ਹੋਣ ਦੀ ਜ਼ਿੰਦਗੀ ਸ਼ੁਰੂ ਹੋਈ ਤੇ ਫਿਰ ਕੀ ਹੋਇਆ ਉਹਦੇ ਨਾਲ ਕਿ ਕਿਰਾਇਆ ਜਿਨ੍ਹਾਂ ਕੋਲੋਂ ਜਦੋਂ ਉਹਨੇ ਦੇਣਾ ਹੁੰਦਾ ਸੀ ਆਪਣੇ ਮਾਲਕ ਮਕਾਨ ਨੂੰ, ਤੇ ਉਹ 25 ਤਰੀਕ ਨੂੰ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਸੀ ਕਿ ਕਿਰਾਇਆ ਨਹੀਂ ਆਇਆ ਭਾਈ ਤੇਰੇ ਵੱਲੋਂ।
ਤੇ ਫਿਰ ਉਹਨੂੰ ਉਹ ਗੱਲਾਂ ਸਾਰੀਆਂ ਯਾਦ ਆਉਂਦੀਆਂ ਸਨ ਕਿ ਹੁਣ ਕੀ ਕਰਾਂ, ਹੁਣ ਮੈਂ ਕੀ ਕਰਾਂ? ਵਕਤ ਗੁਜ਼ਰਿਆ ਵਾਪਸ ਤੇ ਨਹੀਂ ਆ ਸਕਦਾ। ਤੇ ਫਿਰ ਉਹ ਪਛਤਾਉਂਦਾ ਵੀ ਸੀ ਤੇ ਥੋੜ੍ਹਾ-ਥੋੜ੍ਹਾ ਕੁੜ੍ਹਦਾ ਵੀ ਸੀ ਤੇ ਫਿਰ ਆਪਣੇ ਮੁਕੱਦਰਾਂ ਨੂੰ ਵੀ ਕੋਸਦਾ ਸੀ। ਫਿਰ ਉਹ ਹੀਲਿਆਂ ਬਹਾਨਿਆਂ ਦੇ ਨਾਲ ਆਪਣੇ ਮੁਕੱਦਰਾਂ ਨੂੰ ਜਦੋਂ ਕੋਸਦਾ ਸੀ ਤੇ ਜਦੋਂ ਉਹਨੂੰ ਉਹ ਗੱਲਾਂ ਵੀ ਯਾਦ ਆਉਂਦੀਆਂ ਹਨ ਤੇ ਫਿਰ ਪਛਤਾਉਂਦਾ ਵੀ ਸੀ। ਦੋਸਤੋ, ਇਹ ਥੋੜ੍ਹੀ ਜਿਹੀ ਕਹਾਣੀ ਸਟੋਰੀ ਸੁਣਾਉਣ ਦਾ ਸਿਰਫ ਇੰਨਾ ਕੋਈ ਮਕਸਦ ਹੈ ਕਿ ਅਗਰ ਤੁਹਾਡੇ ਨਾਲ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਣ ਲੱਗੇ ਨੇ ਤੇ ਸਮਝ ਜਾਓ, ਵਿਰਾਸਤੀ ਜਾਇਦਾਦ ਜਿਹੜੀ ਜੇ ਉਹ ਵਿਕ ਤੇ ਬੜੀ ਆਸਾਨੀ ਨਾਲ ਜਾਂਦੀ ਜੇ, ਲੇਕਿਨ ਦੁਬਾਰਾ ਬਣਦੀ ਨਹੀਂ ਜੇ। ਕਿਉਂਕਿ ਅੱਜ ਕੱਲ੍ਹ ਹਾਲਾਤ ਇਸ ਤਰ੍ਹਾਂ ਦੇ ਨੇ, ਪ੍ਰਾਪਰਟੀ ਡੀਲਰਾਂ ਦਾ ਦੌਰ ਹੈ। ਪ੍ਰਾਪਰਟੀ ਡੀਲਰ 10 ਵਾਲੀ ਚੀਜ਼ 20 ਵਾਲੀ ਬਣਾ ਕੇ ਵੇਚਦੇ ਨੇ, ਔਰ ਜਦੋਂ ਖਰੀਦਦੇ ਨੇ ਤੇ 10 ਵਾਲੀ ਚੀਜ਼ 5 ਦੀ ਖਰੀਦਦੇ ਨੇ। ਸਮਝ ਜਾਓ ਇਸ ਗੱਲ ਨੂੰ ਕਿ ਇਹ ਜਿਹੜੀ ਮਿਸਾਲ ਬਣੀ ਹੈ, ਇਹ ਕਿਉਂ ਬਣੀ ਹੈ ਔਰ ਇਹ ਹਕੀਕਤ ਜੇ ਇੱਕ। ਮੈਂ ਇਸ ਵਕਤ ਕਬਰਸਤਾਨ ਵਿੱਚ ਬੈਠਾ ਸਾਂ, ਬੈਠਿਆਂ ਮੈਨੂੰ ਗੱਲ ਹੀ ਯਾਦ ਆਈ। ਬਜ਼ੁਰਗਾਂ ਨਾਲ ਇਹਨਾਂ ਨਾਲ ਗੱਲ ਕਰ ਰਿਹਾ ਸਾਂ, ਦੱਸ ਰਿਹਾ ਹਾਂ ਕਿ ਮੈਂ ਫਲਾਣ ਦਿਨ ਜਦੋਂ ਫਲਾਣ ਜਗ੍ਹਾ ਤੇ ਗਿਆ ਤੇ ਉੱਥੇ ਮੈਨੂੰ ਆਪਣੇ ਮਹੱਲੇ ਦੇ ਇੱਕ ਕਿਰਾਏਦਾਰ ਫੈਮਿਲੀ ਨਜ਼ਰ ਆਈ, ਲੇਕਿਨ ਮਾਸ਼ਾਅੱਲਾ ਉਹਨਾਂ ਨੇ ਹੁਣ ਆਪਣਾ ਮਕਾਨ ਬਣਾ ਲਿਆ ਹੈ। ਕਿਉਂਕਿ ਉਹਨਾਂ ਦੇ ਜਿਹੜੇ ਬੱਚੇ ਸੀ ਜਦੋਂ ਜਵਾਨ ਹੋਏ ਤੇ ਉਹ ਫਿਰ ਬੈਰੂਨੇ ਮੁਲਕ ਰਿਜ਼ਕ ਦੀ ਤਲਾਸ਼ ਵਿੱਚ ਚਲੇ ਗਏ। ਉਹਨਾਂ ਰੱਜ ਮਿਹਨਤ ਕੀਤੀ ਤੇ ਆਪਣਾ ਮਕਾਨ ਬਣਾ ਲਿਆ, ਲੇਕਿਨ ਇਸ ਮਕਾਮ ਨੂੰ ਪਾਉਣ ਵਾਸਤੇ ਕਮ ਸੇ ਕਮ 30 ਸਾਲ ਦਾ ਅਰਸਾ ਲੱਗ ਗਿਆ, ਕਿਉਂਕਿ ਉਹਨਾਂ ਕੋਲੋਂ ਵੀ ਇਹ ਗਲਤੀ ਹੋਈ ਸੀ। ਔਰ ਇਹ ਉਹਨਾਂ ਦੀ ਇਸ ਗਲਤੀ ਦੇ ਉੱਤੋਂ ਮੈਨੂੰ ਸਮਝ ਆਈ ਕਿ ਅੱਜ ਮੈਂ ਕਿਸ ਮੌਜੂ ਤੇ ਗੱਲ ਕਰਨੀ ਹੈ। ਤੇ ਦੋਸਤੋ, ਤੁਹਾਨੂੰ ਅਗਰ ਸਮਝ ਆ ਗਈ ਹੈ ਤੇ ਤੁਸੀਂ ਕੋਸ਼ਿਸ਼ ਕਰਿਆ ਜੇ ਕਿ ਇਹ ਗਲਤੀ ਨਾ ਕਰਿਆ ਜੇ, ਕਿਉਂਕਿ ਜਦੋਂ ਵਿਰਾਸਤੀ ਜਾਇਦਾਦ ਵਿਕ ਜਾਂਦੀ ਹੈ ਤੇ ਦੁਬਾਰਾ ਨਹੀਂ ਜੇ ਬਣਦੀ। ਓਨੀ ਨਹੀਂ ਜੇ ਬਣਦੀ ਕਮ ਸੇ ਕਮ ਕਿ ਜਿੰਨੀ ਉਹ ਬੰਦਾ ਵੇਚਦਾ। ਅੱਜ ਲਈ ਇੰਨਾ ਹੀ। ਅਗਲੀ ਫਿਰ ਕਿਸੇ ਇਸੇ ਤਰ੍ਹਾਂ ਦੀ ਸਟੋਰੀ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਵਾਂਗੇ। ਜਿਉਂਦੇ ਰਹੋ, ਵਸਦੇ ਰਹੋ। ਅੱਲਾਹ ਤਾਲਾ ਤੁਹਾਨੂੰ ਤੇ ਸਾਨੂੰ ਅਮਲ ਦੀ ਤੌਫੀਕ ਦੇਵੇ, ਬਜ਼ੁਰਗਾਂ ਦੀ ਖਿਦਮਤ ਕਰਨ ਦੀ ਤੌਫੀਕ ਦੇਵੇ, ਬਜ਼ੁਰਗਾਂ ਦੇ ਨਾਲ ਅੱਛਾ ਸਲੂਕ ਕਰਨ ਦੀ ਤੌਫੀਕ ਦੇਵੇ। ਆਮੀਨ ਸੁਮਾ ਆਮੀਨ। ਅੱਲਾ ਨਿਗਹਿਬਾਨ।